आओ ਆਪਾਂ ਬਾਈਨਰੀ ਆਪਰੇਸ਼ਨ ਨਾਲ ਰਿਲੇਟਡ ਕੁਝ ਐਗਜ਼ਾਮਪਲਸ ਕਰ ਲਈਏ ਹੁਣ। as ਪਹਿਲਾ ਐਗਜ਼ਾਮਪਲ ਹੈ ਐਗਜ਼ਾਮਪਲ 45 show that star from r cross r to r defined by a star b equals to 2a square plus b for all a b belongs to r is a binary operation but not commutative and associative। ਤਾਂ ਸਾਨੂੰ ਇੱਕ ਆਪਰੇਸ਼ਨ ਦਿੱਤਾ ਹੋਇਆ ਰੀਅਲ ਨੰਬਰ ਦੇ ਸੈੱਟ ਦੇ ਉੱਤੇ, ਠੀਕ ਹੈ। ਕਿੱਦਾਂ ਦਾ ਉਹ ਉਹਦੀ ਕੀ ਵੈਲਿਊ ਹੈ a star b equals to 2a square plus b, ਠੀਕ ਹੈ ਨਾ। ਤੇ ਅਸੀਂ ਪ੍ਰੂਵ ਕਰਨਾ ਵੀ ਆਹ ਵਾਲਾ ਜਿਹੜਾ ਆਪਰੇਸ਼ਨ ਹੈ ਸਟਾਰ ਇਹ ਬਾਈਨਰੀ ਆਪਰੇਸ਼ਨ, ਤੇ ਨਾਲ ਦੀ ਨਾਲ ਅਸੀਂ ਪ੍ਰੂਵ ਕਰਨਾ ਵੀ ਇਹ ਕਮਿਊਟੇਟਿਵ ਤੇ ਐਸੋਸੀਏਟਿਵ ਨਹੀਂ ਹੈਗਾ, ਠੀਕ ਹੈ। ਤਾਂ ਸ਼ੁਰੂ ਕਰਦੇ ਹਾਂ। a star b equals to ਸਾਨੂੰ ਆ ਦਿੱਤਾ ਹੋਇਆ, ਅਸੀਂ ਪ੍ਰੂਵ ਕਰਨਾ ਹੈ ਵੀ ਸਟਾਰ ਹੈ ਜਿਹੜਾ ਉਹ ਬਾਈਨਰੀ ਆਪਰੇਸ਼ਨ ਹੈ। ਤਾਂ ਬਾਈਨਰੀ ਆਪਰੇਸ਼ਨ ਪ੍ਰੂਵ ਕਰਨ ਵਾਸਤੇ ਕੀ ਕਰਨਾ ਪਏਗਾ, ਇਹਦੇ ਜਿਹੜੇ a ਤੇ b ਨੇ ਕਿਉਂਕਿ a ਬਿਲੋਂਗਸ ਟੂ r ਨੇ, ਤਾਂ a star b ਵੀ ਬਿਲੋਂਗਸ ਟੂ r ਹੋਣਾ ਚਾਹੀਦਾ। ਜੇ ਅਸੀਂ ਇਹ ਕਰ ਦਈਏ ਤਾਂ ਪ੍ਰੂਵ ਕਰ ਦਈਏ ਤਾਂ ਸਟਾਰ ਜਿਹੜਾ ਬਾਈਨਰੀ ਆਪਰੇਸ਼ਨ ਪ੍ਰੂਵ ਹੋ ਜਾਏਗਾ। ਤਾਂ a star b ਬਿਲੋਂਗਸ ਟੂ r ਕਿੱਦਾਂ ਪ੍ਰੂਵ ਹੋਏਗਾ, a star b ਦੀ ਆ ਜਿਹੜੀ ਵੈਲਿਊ ਹੈ ਜੇ a ਬਿਲੋਂਗਸ ਟੂ r ਹੋਵੇ ਤਾਂ ਸਟਾਰ ਜਿਹੜਾ ਹੈਗਾ ਇਹ ਬਾਈਨਰੀ ਆਪਰੇਸ਼ਨ ਹੋ ਜਾਏਗਾ ਨਾ। a star b ਅਸੀਂ ਕਹਿ ਦਈਏ ਵੀ a ਬਿਲੋਂਗਸ ਟੂ r ਹੈ। ਤਾਂ ਦੇਖੋ a ਤੇ b ਕਿਉਂਕਿ ਰੀਅਲ ਨੰਬਰਸ ਨੇ, ਤਾਂ ਇਹਦੀ ਆ ਜਿਹੜੀ ਵੈਲਿਊ ਹੈ 2a ਸਕੁਆਇਰ ਪਲੱਸ b, ਇਹਦੇ ਵਿੱਚ ਧਿਆਨ ਨਾਲ ਦੇਖੋ a ਸਕੁਆਇਰ ਕੀ ਹੈ, ਕਿਸੇ ਰੀਅਲ ਨੰਬਰ ਦਾ ਸਕੁਆਇਰ ਹੈ। a ਤੇ b ਰੀਅਲ ਨੰਬਰਸ ਨੇ ਤੇ ਰੀਅਲ ਨੰਬਰ ਦਾ ਸਕੁਆਇਰ ਰੀਅਲ ਨੰਬਰ ਹੀ, ਉਹਨੂੰ ਕਿਸੇ ਹੋਰ ਦੂਜੇ ਰੀਅਲ ਨੰਬਰ 2 ਨਾਲ ਮਲਟੀਪਲਾਈ ਕੀਤਾ ਹੋਇਆ ਤਾਂ ਇਹ ਵੀ ਇੱਕ ਰੀਅਲ ਨੰਬਰ ਬਣ ਗਿਆ। ਉਹਦੇ ਵਿੱਚ ਇੱਕ ਹੋਰ ਰੀਅਲ ਨੰਬਰ ਜੋੜਤਾ, ਐਡ ਕਰਤਾ, ਫਿਰ ਵੀ ਇਹ ਰੀਅਲ ਨੰਬਰ ਹੀ ਹੈ। ਤਾਂ ਸਾਰਾ ਇੱਕ ਰੀਅਲ ਨੰਬਰ ਹੈ। ਫॉर ऑल ए बी बिलोंग्स टू आर आ चीज़ की होएगी एक रियल नंबर होएगी। तो ए कादी वैल्यू है a स्टार b, इसका मतलब a स्टार b बिलोंग्स टू r हो गया। तो जे a स्टार b बिलोंग्स टू r हो गया तो स्टार बाइनरी ऑपरेशन प्रूव, ठीक है कि। नैक्सट कम्यूटेटिविटी प्रूव करनी। कम्यूटेटिविटी प्रूव करना भी कम्यूटेटिव नहीं हैगा। तो जो असी किसी चीज़ को नॉट प्रूव करना होवे तो असी पहला भी ये गल की सी भी ਉਹਦਾ ਕੋਈ ਅਸੀਂ ਇੱਕ ਐਗਜ਼ਾਮਪਲ ਲੈ ਕੇ ਇਹ ਚੀਜ਼ ਕਰ ਸਕਦੇ ਹਾਂ, ਉਹਨੂੰ ਅਸੀਂ ਪ੍ਰੂਵ ਕਰ ਸਕਦੇ ਹਾਂ ਵੀ ਉਹ ਕਮਿਊਟੇਟਿਵ ਹੈ ਜਾਂ ਨਹੀਂ। ਅਸੀਂ ਕੀ ਕਰਿਆ, ਦੋ ਰੀਅਲ ਨੰਬਰਸ ਲਵਾਂਗੇ। ਆ ਦੇਖੋ 2 3 ਬਿਲੋਂਗਸ ਟੂ r, ਕਿਉਂਕਿ a b ਦੀ ਜਿਹੜੀ ਵੈਲਿਊ ਹੈ ਉਹ ਬਿਲੋਂਗਸ ਟੂ r ਹੋਣੀ ਚਾਹੀਦੀ ਹੈ। ਕੋਈ ਵੀ ਦੋ ਰੀਅਲ ਨੰਬਰ ਲੈਣੇ ਸੀ। ਇੱਥੇ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਣਾ ਵੀ ਆ ਜਿਹੜੀਆਂ ਤੁਸੀਂ ਵੈਲਿਊਜ਼ ਲੈਣੀਆਂ ਨੇ ਇਹ ਉਸ ਸੈੱਟ ਦੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਇੱਥੇ ਜਿਹੜਾ ਸੈੱਟ ਇੱਥੇ ਲਿਖਿਆ। ਤਾਂ 2 3 ਬਿਲੋਂਗਸ ਟੂ r ਲੈ ਲਈਏ ਤਾਂ 2 ਸਟਾਰ 3 ਫਾਈਂਡ ਕਰਦੇ ਹਾਂ ਜੇ ਅਸੀਂ ਤਾਂ ਉਹਦੀ ਵੈਲਿਊ ਕਿੰਨੀ ਆਏਗੀ, ਤੇ 3 ਸਟਾਰ 2 ਫਾਈਂਡ ਕਰੀਏ ਤਾਂ ਉਹਦੀ ਵੈਲਿਊ ਕਿੰਨੀ ਆ ਗਈ। ਜੇ ਦੋਨੇ ਵੈਲਿਊਜ਼ ਬਰਾਬਰ ਆ ਜਾਣ ਤਾਂ ਕਮਿਊਟੇਟਿਵ ਹੋਏਗਾ, ਜੇ ਦੋਨੇ ਬਰਾਬਰ ਨਹੀਂ ਆਈਆਂ ਤਾਂ ਕਮਿਊਟੇਟਿਵ ਨਹੀਂ। ਆਹੀ ਕਮਿਊਟੇਟਿਵਿਟੀ ਸੀ ਸਾਡੀ ਵੀ a ਸਟਾਰ b ਹੈ ਜਿਹੜਾ ਉਹ ਇਕੁਅਲ ਟੂ b ਸਟਾਰ a ਫॉर ऑल a b ਬਿਲੋਂਗਸ ਟੂ r, ਫॉर ऑल a b ए बी ਦੀਆਂ ਸਾਰੀਆਂ ਵੈਲਿਊਜ਼ ਲਈ ਆਹ ਚੀਜ਼ ਟਰੂ ਹੋਣੀ ਚਾਹੀਦੀ। ਹੁਣ ਅਸੀਂ ए बी ਦੀਆਂ ਕੋਈ ਦੋ ਵੈਲਿਊ ਲੈ ਲਈ, ਉਹਨਾਂ ਲਈ ਜੇ ਇਹ ਟਰੂ ਨਹੀਂ ਹੈਗਾ ਤਾਂ ਬਾਕੀਆਂ ਲਈ ਇਹ ਟਰੂ ਹੋ ਹੀ ਚੱਲੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਠੀਕ ਹੈ ਨਾ। ਸਭ ਦੇ ਲਈ ਟਰੂ ਹੋਣਾ ਚਾਹੀਦਾ। ਅਸੀਂ ਆਹ ਦੋ ਵੈਲਿਊਜ਼ ਲੈ ਲਈਆਂ, ਇਹਨਾਂ ਤੇ ਚੈੱਕ ਕਰਦੇ ਹਾਂ ਕਿ ਇਹਨਾਂ ਦੋ ਵੈਲਿਊਜ਼ ਲਈ ਆਹ ਚੀਜ਼ ਟਰੂ ਆਉਂਦੀ ਹੈ। ਜੇ ਨਹੀਂ ਆਉਂਦੀ ਤਾਂ ਇਹਦਾ ਮਤਲਬ ਕਮਿਊਟੇਟਿਵ ਨਹੀਂ ਹੈ। ਸਭ ਦੇ ਲਈ ਟਰੂ ਹੋਣਾ ਜ਼ਰੂਰੀ ਸੀ। ਤਾਂ 2 ਸਟਾਰ 3 ਦੀ ਵੈਲਿਊ ਕਿੱਦਾਂ ਫਾਈਂਡ ਹੋਏਗੀ, a ਸਟਾਰ b ਦੀ ਕੀ ਵੈਲਿਊ ਸੀ, ਉਹਦੇ 'ਚ ਅਸੀਂ 2 ਸਟਾਰ 3 ਫਾਈਂਡ ਕਰਾਂਗੇ। a ਸਟਾਰ b ਸੀਗਾ ਸਾਡੇ ਕੋਲੇ, a ਸਟਾਰ b ਇਕੁਅਲਸ ਟੂ 2a ਸਕੁਆਇਰ ਪਲੱਸ b। ਤਾਂ ਇੱਥੇ ਕਿਉਂਕਿ ਅਸੀਂ 2 ਸਟਾਰ 3 ਫਾਈਂਡ ਕਰਦੇ ਤਾਂ a ਦੀ ਥਾਂ ਤੇ 2 ਪੁੱਟ ਕਰ ਦਾਂਗੇ, b ਦੀ ਥਾਂ ਤੇ 3 ਪੁੱਟ ਕਰ ਦਾਂਗੇ, ਤਾਂ ਇਹਦਾ 2 × 2 ਦਾ ਸਕੁਆਇਰ ਪਲੱਸ 3। ਆਹੀ ਕੀਤਾ ਜੀ। 2 ਦਾ ਸਕੁਆਇਰ 4 ਹੋ ਜਾਏਗਾ, 4 × 2 8 ਹੋ ਜਾਏਗਾ, 8 + 3 11 ਹੋ ਜਾਏਗਾ। ਇਸੇ ਤਰ੍ਹਾਂ 3 ਸਟਾਰ 2 ਫਾਈਂਡ ਕਰਨਾ, ਫਿਰ ਕੀ ਕਰਾਂਗੇ, a ਦੀ ਥਾਂ ਤੇ 3 ਪੁੱਟ ਕਰਾਂਗੇ, b ਦੀ ਥਾਂ ਤੇ 2 ਪੁੱਟ ਕਰਾਂਗੇ, ਤਾਂ ਹੋ ਜਾਊਗਾ 2 × 3 ਦਾ ਸਕੁਆਇਰ ਪਲੱਸ 2, 3 ਦਾ ਸਕੁਆਇਰ 9 × 2 18 ਹੋ ਗਿਆ ਪਲੱਸ 2 ਇਕੁਅਲਸ ਟੂ 20। ਹੁਣ ਅਸੀਂ ਚੈੱਕ ਕਰ ਰਹੇ ਹਾਂ ਵੀ ਇਹ 2 ਸਟਾਰ 3 ਦੀ ਵੈਲਿਊ ਤਾਂ 11 ਆ ਰਹੀ ਹੈ, 3 ਸਟਾਰ 2 ਦੀ ਵੈਲਿਊ 20 ਆ ਰਹੀ ਹੈ। ਇਹ ਦੋਨੇ ਬਰਾਬਰ ਨਹੀਂ, ਇਹਦਾ ਮਤਲਬ ਸਟਾਰ ਇਜ਼ ਨਾਟ ਕਮਿਊਟੇਟਿਵ। ਇਸੇ ਤਰ੍ਹਾਂ ਐਸੋਸੀਏਟਿਵਿਟੀ ਦੇ ਵਿੱਚ ਤੁਹਾਨੂੰ ਪਤਾ 3 ਐਲੀਮੈਂਟਸ ਹੁੰਦੇ ਨੇ।
3 ਐਲੀਮੈਂਟਸ ਨੂੰ ਅਸੀਂ ਇਸ ਤਰ੍ਹਾਂ ਕਰਦੇ ਹਾਂ ਵੀ ਜਿਵੇਂ A ਸਟਾਰ B ਸਟਾਰ C ਫਾਈਂਡ ਕਰਦੇ ਹਾਂ, ਯਾਨੀ ਪਹਿਲਾਂ B ਸਟਾਰ C ਨੂੰ ਸੋਲਵ ਕਰਾਂਗੇ, ਫਿਰ ਉਹਦਾ A ਦੇ ਨਾਲ ਫਿਰ ਸਟਾਰ ਲਾਵਾਂਗੇ, ਠੀਕ ਹੈ ਨਾ, ਚੈੱਕ ਕਰਾਂਗੇ ਕੀ ਆਨਸਰ ਹੁੰਦਾ। ਫਿਰ ਅਸੀਂ ਚੈੱਕ ਕਰਾਂਗੇ A ਸਟਾਰ B ਸਟਾਰ C, ਜੇ ਦੋਨੋਂ ਵੈਲਿਊਜ਼ ਬਰਾਬਰ ਆ ਜਾਣ ਤਾਂ ਇਹ ਐਸੋਸੀਏਟਿਵ ਹੋਏਗਾ। ਇਹਦੇ 'ਚ ਕੀ ਫਰਕ ਕੀ ਹੈ ਦੋਵਾਂ ਦੇ ਵਿੱਚ, ਇਹਦੇ 'ਚ ਪਹਿਲਾਂ ਇਹ ਸੋਲਵ ਹੋਏਗਾ, ਬ੍ਰੈਕਟ ਵਾਲਾ ਪਹਿਲਾਂ ਸੋਲਵ ਹੁੰਦਾ, ਉਹਨੂੰ ਅਸੀਂ ਇਹਦੇ ਨਾਲ ਸਟਾਰ ਲਾਵਾਂਗੇ, ਫਿਰ ਇਹਨਾਂ ਦੋਹਾਂ ਦਾ ਸੋਲਿਊਸ਼ਨ ਕੱਢ ਕੇ ਇਹਦੇ ਨਾਲ ਹੁਣ ਸਟਾਰ ਲਾਵਾਂਗੇ, ਠੀਕ ਹੈ। ਤਾਂ ਇਹਦੇ 'ਚ ਅਸੀਂ ਇਸੇ ਤਰ੍ਹਾਂ 3 ਐਲੀਮੈਂਟਸ ਲੈ ਲਏ 1 2 3, ਠੀਕ ਹੈ ਨਾ, 1 2 3 ਬਿਲੋਂਗਸ ਟੂ ਆਰ, ਰੀਅਲ ਨੰਬਰ ਲੈ ਲਏ 3। ਹੁਣ 1 ਸਟਾਰ 2 ਸਟਾਰ 3 ਫਾਈਂਡ ਕਰਾਂਗੇ, ਤਾਂ 1 ਸਟਾਰ 2 ਸਟਾਰ 3 ਦੀ ਵੈਲਿਊ उसी ऐसे की हेल्प कर 2 × 2 का स्क्वायर प्लस 3 यानी 8 + 3 तो 11 हो जाएगा। फिर 1 तो 11 का फिर स्टार करांगे तो इतने हो जाएगा 2 × 1 का स्क्वायर प्लस 11 यानी 2 + 11 13 हो जाएगा। इसी तरह 2 स्टार 1 स्टार 3 पहला 2 स्टार 1 स्टार 2 स्टार 3 तो 1 तो 2 का पहला स्टार करिए 1 हो जाएगा 2 × 1 का स्क्वायर प्लस 2 यानी 2 + 2 ये हो जाएगा 4 स्टार 3 हो जाएगा। फिर 4 स्टार 3 की वैल्यू फिर इसी डेफिनेशन फाइंड करेंगे 2 × 4 का स्क्वायर प्लस 3 4 का स्क्वायर होगा 16 × 2 32 प्लस 3 हो जाएगा यानी 30 का। ऐसे चेक कर रहे हैं भी यदी वैल्यू तो यदी वैल्यू अड अड आ गई बराबर नहीं होगी, ऐसे कह सकते हैं कि ये दोनों बराबर नहीं, इस करके स्टार इज नॉट एसोसिएटेड, यही असीं प्रूव कर सकते। नैक्सट एग्जाम्पल है साडे कोल एग्जाम्पल 46, ये 3 पार्ट ने। पहला पार्ट है लेट स्टार बी अ बाइनरी ऑपरेशन डिफाइंड बाय A स्टार B = 2A + B - 3 फाइंड 3 स्टार। एक सानू बाइनरी ऑपरेशन दिता है तो सानू पूछी है 3 स्टार 4 की है, तो बाइनरी ऑपरेशन इसे लिख लिया A स्टार B = 2A + B + 3 3 स्टार 4 फाइंड करने वास्ते की करेंगे A की थां ते 3 B की थां ते 4 पुट कर देंगे तो हो जाएगा 2 × 3 + 4 - 3 ये हो जाएगा 6 + 4 - 3 तो आंसर आ जाएगा, यही फाइंड करना। इसी तरह नेक्स्ट इफ अ बाइनरी ऑपरेशन स्टार ऑन सेट ऑफ इंटीजर्स Z is defined by A star B = A + 3B², then find the value of 2 star 4 and 3 star 8 star 3। तो A star B की वैल्यू होती है 3A + 3B², तो जो सानू पूछा 2 स्टार 4 तो असी A की थां ते 2 B की थां ते 4 पुट कर देंगे तो होगा 2 + 3 × 4 का स्क्वायर 4 का स्क्वायर हो गया 16 3 मल्टीप्लाई करांगे 48 + 2 50 हो गया। इसी तरह 8 स्टार 3 की वैल्यू फाइंड करी तो वो 35 हो गया, तो वैल्यूज यही फाइंड करनी सी, ठीक है। नैक्सट साडे कोल है इफ अ बाइनरी ऑपरेशन स्टार ऑन द सेट ऑफ रियल नंबर्स इज डिफाइंड बाय A स्टार B = 2A + B फाइंड द वैल्यू ऑफ दिस। तो A स्टार B दिता है सानू 2A + B, तो असी सानू क्योंकि पूछ रहा हो 2 स्टार 3 स्टार 4 तो असी सीधा फाइंड भी कर सकते जिवें उत्ते कीता सीगा, ये इस तरह भी कर सकते हैं जिहदा ब्रैकेट जिहदे उत्ते ब्रैकेट पहले वो वैल्यू फाइंड कर फिर दूसरे दे नाल बाद स्टार्ट करना। तो 2 स्टार 3 की वैल्यू फाइंड करी ये होगी 2 × 2 + 3 7 है, फिर 2 स्टार 3 स्टार 4 यदी वैल्यू 7 हमने फाइंड की थां ते 7 लिखता है 7 स्टार 4। हम 7 स्टार 4 की वैल्यू की होगी 2 × 7 + 4, ठीक है जी, यानी 8, यही असीं फाइंड करना सी। नैक्सट एग्जाम्पल साडे कोल 47, ये भी 2 पार्ट ने। लैट स्टार Q × Q to Q की होंगे रैशनल नंबर्स का, ठीक है, बी अ बाइनरी ऑपरेशन डिफाइंड एज A स्टार B = 2A - B the whole square, A B belongs to Q, find 3 स्टार 5 and 5 स्टार 3। फिर पूछता कि ये दोनों इक्वल ने, तो असीं A स्टार B = 2A - B the whole square, तो 3 ਤੇ 5 पुट करांगे A की थां ते 3 B की थां ते 5 तो हो जाएगा 2 × 3 - 5 the whole square, 2 × 3 6 हो गया 6 - 5 1 हो गया 1 का स्क्वायर 1,
इस तरह 5 स्टार 3 करा तो यह हो गया 2 इंटू 5 माइनस 3, ये हो गया 10 माइनस 3, 7 का स्क्वायर 42। तो दोनों बराबर नहीं आए, यदा मतलब बस यही पूछा सी बराबर है कि नहीं, ठीक है ना। जे वहाँ पूछा होंगे कि यह कम्यूटेटिव है तो असं लिख सकते थे कम्यूटेटिव नहीं है। नैक्सट क्यू एक होल दिता हुआ साढ़े को स्टार क्यू क्रॉस क्यू टू क्यू बी अ बाइनरी ऑपरेशन डिफाइंड एज ए स्टार बी इक्वल टू ए बी बाई टू। फाइंड आ दो वैल्यूज फाइंड पूछिए, फिर फाइंड करना क्या, फिर उस तो बाद असी चैक करना भी कि वो दोनों वैल्यूज बराबर आएंगी। तो ए स्टार बी इक्वल टू ए बी बाई टू, तो 4 स्टार 5 करांगे तो 4 इंटू 5 बाई 2 हो जाएगा, ये हो गया 20 बाई 2 10 हो गया है ना। ये 5 स्टार 4 करांगे तो ये 5 इंटू 4 बाई 2 हो जाएगा, ये भी 20 बाई 2 10 हो गया। तो एक ही दोनों बराबर है, इसमें बराबर है या नहीं, ठीक है जी। नैक्सट है साढ़े को एग्जाम्पल 48, लेट स्टार बी अ बाइनरी ऑपरेशन ऑन सेट एन given by a star b equals to LCM of a and b where a b belongs to n। फाइंड आ दो चीज़ें फाइंड करने क्या पहले सवाल से। सैकेंड च पूछा कि स्टार कम्यूटेटिव है, थर्ड च पूछा कि ये स्टार है जो एसोसीएटिव है कि नहीं, तो फिर फोर्थ दे विच पूछा फाइंड द आइडेंटिटी एलीमेंट ऑफ स्टार इन एन। एन दे विच स्टार का आइडेंटिटी एलीमेंट फाइंड करना है। फिर विच एलीमेंट ऑफ एन आर इनवर्टिबल इन फॉर द ऑपरेशन स्टार। तो पहला शुरू करते हैं आप फस्ट पार्ट तो, ए स्टार बी की की वैल्यू दी है एलसीएम ऑफ ए एंड बी। हम जो 5 स्टार 7 पूछे तो असी की करना एलसीएम ऑफ 5 एंड 7, ये होंगे 35। इस तरह 20 स्टार 16 पूछा है तो एलसीएम ऑफ 20 स्टार 20 एंड 16 हो जाएगा, ये 80 है, ठीक है, सौखा ही सीखा। नैक्सट कम्यूटेटिविटी चेक करनी है तो ऐसे प्रूव करना होएगा ए स्टार बी इक्वल्स टू बी स्टार ए, ठीक है। तो ऐसे ए स्टार बी की वैल्यू देखनी, ए स्टार बी इक्वल्स टू हैगा एलसीएम ऑफ ए बी। हुण ए बी का एलसीएम कड्डो ਜਾਂ बी ए का एलसीएम कड्डो, सेम ही आउंदा हुंदा। जिवें तुहानूं कोई कहे भी तुसीं एलसीएम फाइंड करो, उपर ही जिवें असीं करिआ 5 ते 7 का, ठीक है। 5 ते 7 का एलसीएम कड्डोगे ਤਾਂ भी 35 आएगा, तो जे तुसीं एलसीएम फाइंड करोगे 7 ਤੇ 5 का तो वो भी 35 ही आएगा। इट मीनस ए ते बी का एलसीएम कट्टिए ਜਾਂ बी ते ए का एलसीएम कट्टिए सेम आएगा। ਇਹਦਾ मतलब ए स्टार बी इक्वल्स टू बी स्टार है, ਇਹਦਾ मतलब स्टार की है कम्यूटेटिव। इस तरह नैक्सट है साढ़े को ਅਸੀਂ चैक करना एसोसिएटिविटी, एसोसिएटिव है कि तो असीं करते हैं 3 एलीमेंट्स ले लेंगे ए बी सी, 3 नैचुरल नंबर ले लेंगे तो ए स्टार बी स्टार सी फाइंड करना। ये की है एदा ते इन्हां दा स्टार है, तो असीं की करना एलसीएम ऑफ ए स्टार बी एंड सी फाइंड करना। हुण ए स्टार बी की है एलसीएम ऑफ ए बी है, तो एलसीएम ऑफ ए बी एंड सी, ए बी का एलसीएम कट के फिर वो सी का एलसीएम कड्डो तो की एलसीएम आऊगा एलसीएम ऑफ ए बी सी, तिना का एलसीएम कट्टो एको ही गल, ठीक है। तो दोवां का पहला एलसीएम कट के तीसरे नंबर ना एलसीएम फाइंड करिए तो भी वही आएगा, जो तिना का इकट्ठा एलसीएम कटांगे तो भी वही एलसीएम आएगा। एग्जाम्पल के तौर पर असीं समझ सकते हैं, कोई इत्थे नंबर ले लीए असीं 3 ना, जिवें ले लीए 6 8 ते 10 मान लो 3 नंबर, ये 2 नाल डिवाइड तो तिना का जो असीं इकट्ठा एलसीएम कट्टिए तो ये इस तरीके आएगा, ठीक है ना। हम इस तो बाद तो हो गया 20 इंटू 3 60 इंटू 120 आंसर। हुण यही चीज़ जे तुसीं 2 का पहला एलसीएम कढ़ लेंदे फिर उन्होंने तीसरे नाल करदे, जिवें मान लो 6 ते 8 का असीं एलसीएम फाइंड करदे तो 2 नाल डिवाइड हुंदा, हो जाऊगा 3 इंटू 4 तो हो जाऊगा 3 इंटू 4 हो जाऊगा 12, 12 2 का 24 हो जाएगा, तो 24 आंसर आ गया। हुण तुसीं 24 का जे 10 नाल एलसीएम फाइंड करोगे तो की आएगा 12 ते 5, ठीक है। तो हम इन्होंने कर दो मल्टीप्लाई 60 इंटू 2 120 आ जाओ, तो सेम एलसीएम आ गया 120 ਇਹਦਾ ਆਇਆ ਸੀ 120 ਹੀ ਇਹਦਾ ਹੈ, यानी ਅਸੀਂ 3 नंबर ਸੀ ਸਾਡੇ ਕੋਲੇ
6 8 ਤੇ 10 ਤਿੰਨਾਂ ਦਾ ਇਕੱਠਾ ਐਲਸੀਐਮ ਫਾਈਂਡ ਕਰਿਆ ਤਾਂ ਵੀ ਉਹੀ ਆਇਆ। ਜੇ ਤੁਸੀਂ ਦੋਵਾਂ ਦਾ ਐਲਸੀਐਮ ਕੱਢ ਕੇ ਤੇ ਜੋ ਆਨਸਰ ਆਇਆ ਉਹਦਾ ਫਿਰ ਗਾਂ ਤੀਸਰੇ ਨਾਲ ਕਰਿਆ ਤਾਂ ਵੀ ਆਨਸਰ ਜਿਹੜਾ ਹੈਗਾ ਉਹ 120 ਹੀ ਆਏਗਾ। ਇਹਦਾ ਮਤਲਬ ਐਲਸੀਐਮ ਜੋ ਹੈਗਾ ਉਹ ਜਿਹੜਾ ਹੈਗਾ ਇਸ ਤਰੀਕੇ ਨਾਲ ਫਾਈਂਡ ਕਰੋ ਜਾਂ ਇਸ ਤਰ੍ਹਾਂ ਫਾਈਂਡ ਕਰੋ ਸੇਮ ਆਏਗਾ। ਠੀਕ ਹੈ ਨਾ। ਇਸੇ ਤਰ੍ਹਾਂ A ਸਟਾਰ B ਸਟਾਰ ਸੀ ਇਹ 'ਚ ਕੀ ਹੋਏਗਾ ਐਲਸੀਐਮ ਕਾਹਦਾ A ਦਾ ਤੇ B ਸਟਾਰ C ਦਾ, ਤਾਂ A ਤੇ B ਸਟਾਰ C ਦਾ ਐਲਸੀਐਮ ਤੇ B ਸਟਾਰ C ਕੀ ਹੁੰਦਾ ਹੈ ਐਲਸੀਐਮ ਆਫ B C, ਯਾਨੀ ਇੱਥੇ ਅਸੀਂ ਕਾਹਦਾ ਐਲਸੀਐਮ ਕੱਢਣਾ ਹੈ A ਦਾ ਤੇ B C ਦੇ ਐਲਸੀਐਮ ਦਾ ਫਿਰ ਐਲਸੀਐਮ ਕੱਢਣਾ, ਤਾਂ ਇਹ ਵੀ ਉਸੇ ਤਰੀਕੇ ਨਾਲ ਐਲਸੀਐਮ ਆਫ A B C ਹੀ ਆਏਗਾ। ਇਹਦਾ ਮਤਲਬ ਇਹ ਦੋਨੇ ਜਿਹੜੀਆਂ ਦੋ ਹੈਗੀਆਂ ਦੋਵਾਂ ਦੇ ਜਿਹੜੇ ਆਨਸਰ ਸੇਮ ਹੈ, ਦੋਵਾਂ ਦੀ ਵੈਲਿਊ ਸੇਮ। ਇਹਦਾ ਅਸੀਂ ਕਹਿ ਸਕਦੇ ਹਾਂ A ਸਟਾਰ B ਸਟਾਰ C ਕਰੀਏ ਜਾਂ A ਸਟਾਰ B ਸਟਾਰ C ਕਰੀਏ, ਦੋਹਾਂ ਦਾ ਜਿਹੜਾ ਆਨਸਰ ਹੈ ਸੇਮ ਆਉਂਦਾ। ਇਹਦਾ ਮਤਲਬ ਦੋਨੇ ਇਕੁਅਲ, ਤੇ ਜੇ ਇਕੁਅਲ ਨੇ ਤਾਂ ਕੀ ਹੈ ਸਟਾਰ ਐਸੋਸੀਏਟਿਵ। ਠੀਕ ਹੈ ਨਾ। ਅੱਗੇ ਆਇਡੈਂਟੀਟੀ ਐਲੀਮੈਂਟ ਫਾਈਂਡ ਕਰਨ ਨੂੰ ਕਿਹਾ ਸਾਨੂੰ, ਅਸੀਂ ਲੈਟ ਕਰ ਲਿਆ E ਬਿਲੋਂਗਸ ਟੂ NB ਦਾ ਆਇਡੈਂਟੀਟੀ ਐਲੀਮੈਂਟ। ਹੁਣ ਸਾਨੂੰ ਪਤਾ ਆਇਡੈਂਟੀਟੀ ਐਲੀਮੈਂਟ ਦੀ ਡੈਫੀਨੇਸ਼ਨ ਕੀ ਸੀ ਵੀ ਜੇ ਕੋਈ ਆਇਡੈਂਟੀਟੀ ਐਲੀਮੈਂਟ ਹੈ ਤਾਂ ਉਹਦਾ n ਦੇ ਜਿੰਨੇ ਵੀ ਨੰਬਰਸ ਨੇ n ਦੇ ਵਿੱਚ ਜਿੰਨੇ ਵੀ ਐਲੀਮੈਂਟਸ ਨੇ ਸਭ ਦੇ ਨਾਲ ਜਦੋਂ ਉਹਦਾ ਅਸੀਂ ਸਟਾਰ ਕਰਾਂਗੇ ਤਾਂ ਆਨਸਰ ਕੀ ਹੋਣਾ ਚਾਹੀਦਾ A ਸਟਾਰ E ਕਰੀਏ ਤਾਂ ਵੀ A ਹੋਣਾ ਚਾਹੀਦਾ, E ਸਟਾਰ A ਕਰੀਏ ਤਾਂ ਵੀ ਆਨਸਰ A ਹੋਣਾ ਚਾਹੀਦਾ। ਹੁਣ A ਸਟਾਰ E ਇਕੁਅਲਸ ਟੂ ਵੀ A ਲਿਖ ਲਾਂਗੇ, E ਸਟਾਰ A ਇਕੁਅਲਸ ਟੂ ਵੀ A ਲਿਖ ਲਾਂਗੇ, ਦੋਹਾਂ ਨੂੰ ਲਿਖ ਲਾਂਗੇ ਸੀ। ਠੀਕ ਹੈ। ਹਾਂ A ਸਟਾਰ E ਦੀ ਵੈਲਿਊ ਕਿੱਦਾਂ ਫਾਈਂਡ ਹੋਊਗੀ ਐਲਸੀਐਮ ਆਫ A E A ਹੀ ਹੋਏਗਾ, A ਹੋਣਾ ਚਾਹੀਦਾ ਹੈ। LCM of AE should be equal to A, ਆਹੀ ਕਿਹਾ ਨਾ ਸਾਨੂੰ। ਪਰ A ਸਟਾਰ E ਇਕੁਅਲਸ ਟੂ ਜਦੋਂ A ਹੈ ਤਾਂ LCM ਇਹਦੀ ਵੈਲਿਊ ਕੀ ਹੈ LCM of AE, ਇਹ A ਦੇ ਬਰਾਬਰ ਹੋਣਾ ਚਾਹੀਦਾ, ਤੇ ਇਹ A ਦੇ ਬਰਾਬਰ ਕਦੋਂ ਹੋਏਗਾ ਜਦੋਂ E ਦੀ ਵੈਲਿਊ 1 ਹੋਏਗੀ। ਕਿਸੇ ਦਾ ਵੀ LCM ਜਦੋਂ ਅਸੀਂ 1 ਦੇ ਨਾਲ ਲੈਂਦੇ ਹਾਂ ਤਾਂ ਉਹੀ ਨੰਬਰ ਆ ਜਾਂਦਾ, ਸਾਨੂੰ ਪਤਾ। ਜੇ ਅਸੀਂ ਕੋਈ ਕਹੇ ਵੀ LCM ਅਸੀਂ ਫਾਈਂਡ ਕਰਨਾ 5 ਤੇ 1 ਦਾ ਤਾਂ 5 ਹੀ ਆਉਂਦਾ, LCM ਜੇ ਅਸੀਂ ਫਾਈਂਡ ਕਰਨਾ 3 ਤੇ 1 ਦਾ ਤਾਂ ਉਹ 3 ਆਏਗਾ, LCM ਅਸੀਂ ਫਾਈਂਡ ਕਰਨਾ 25 ਤੇ 1 ਦਾ 25 ਹੀ ਆਏਗਾ। ਠੀਕ ਹੈ ਕਿ ਨਹੀਂ। ਤਾਂ ਜਿੰਨਾ ਅਸੀਂ 1 ਦੇ ਨਾਲ ਕਿਸੇ ਵੀ ਚੀਜ਼ ਦਾ LCM ਫਾਈਂਡ ਕਰਦੇ ਹਾਂ ਤਾਂ ਉਹੀ ਨੰਬਰ ਆਏਗਾ। ਤਾਂ ਇਹ ਸਾਨੂੰ ਪਤਾ ਹੈ ਕਿ ਇੱਥੇ ਕਿਉਂਕਿ ਆਨਸਰ A ਤੇ E ਦਾ LCM ਫਾਈਂਡ ਕਰਕੇ A ਆ ਰਿਹਾ, ਇਹਦਾ ਮਤਲਬ E ਦੀ ਵੈਲਿਊ 1। ਇੱਥੇ ਇਹਦਾ ਉਲਟਾ ਵੀ ਅਸੀਂ ਕਰ ਰਹੇ ਹਾਂ। ਹੁਣ E ਸਟਾਰ A ਇਕੁਅਲਸ ਟੂ A, ਹੁਣ ਅਸੀਂ ਇੱਥੇ ਪ੍ਰੂਵ ਕਰਕੇ ਆਏ ਸੀਗੇ ਵੀ ਇਹ ਕਮਿਊਟੇਟਿਵ ਹੈਗਾ ਸਟਾਰ, ਤਾਂ ਇਹਨੂੰ ਭਾਵੇਂ ਅਸੀਂ ਨਾ ਵੀ ਕਰੀਏ ਤਾਂ ਵੀ ਕੰਮ ਚੱਲ ਸਕਦਾ ਸੀਗਾ, ਕਿਉਂਕਿ ਇਹਦੀ ਤੇ ਇਹਦੀ ਵੈਲਿਊ ਬਰਾਬਰ ਹੀ ਆਉਣੀ ਹੈ। ਪਰ ਅਸੀਂ ਕਹਿ ਕੇ ਆਏ ਹਾਂ ਸਟਾਰ ਜਿਹੜਾ ਕਮਿਊਟੇਟਿਵ ਹੈ ਤਾਂ ਇਹਦੀ ਵੈਲਿਊ ਕੱਢੀਏ ਤਾਂ ਵੀ ਉਹੀ ਆਏਗੀ, ਇਹਦੀ ਕੱਢੀਏ ਤਾਂ ਵੀ ਉਹੀ ਆਏਗੀ। ਸੋ ਇਸ ਤੋਂ ਬਾਅਦ ਭਾਵੇਂ ਅਸੀਂ ਇਕੱਲੇ ਇੱਕ ਦਾ ਹੀ ਕਰ ਦਿੰਦੇ ਤਾਂ ਵੀ ਠੀਕ ਸੀਗਾ, ਚਲੋ ਦੋਵਾਂ ਦਾ ਕਰ ਲਿਆ ਤਾਂ ਕੋਈ ਗੱਲ ਨਹੀਂ। E ਸਟਾਰ A ਇਕੁਅਲਸ ਟੂ E, ਇਹਦਾ ਮਤਲਬ LCM ਆਫ E A ਕੀ ਹੋਣਾ ਚਾਹੀਦਾ A ਹੋਣਾ ਚਾਹੀਦਾ, ਯਾਨੀ E ਦੀ ਵੈਲਿਊ 1 ਹੋਣੀ ਚਾਹੀਦੀ, ਤਾਂ 1 ਕੀ ਹੋਗਾ ਆਇਡੈਂਟੀਟੀ। ਹੁਣ ਲੈਟ ਕਰਨਾ ਅੱਗੇ ਅਸੀਂ ਇਨਵਰਸ ਫਾਈਂਡ ਕਰਨਾ ਕਿਹੜੇ ਇਨਵਰਟੀਬਲ ਐਲੀਮੈਂਟਸ ਨੇ, ਐਲੀਮੈਂਟ ਕਿਹੜੇ n ਦੇ ਵਿੱਚ ਜਿਹੜੇ ਇਨਵਰਟੀਬਲ ਮਤਲਬ ਕਿਹੜੇ ਐਲੀਮੈਂਟਸ ਦਾ ਅਸੀਂ ਇਨਵਰਸ ਫਾਈਂਡ ਕਰ ਸਕਦੇ ਹਾਂ। ਤਾਂ ਅਸੀਂ ਲੈਟ ਕਰ ਲਿਆ A ਇੱਕ ਇਨਵਰਟੀਬਲ ਐਲੀਮੈਂਟ, ਠੀਕ ਹੈ ਜੀ n ਦੇ ਵਿੱਚ, ਤੇ ਜੇ ਇਹ ਇਨਵਰਟੀਬਲ ਹੈ ਤਾਂ ਉੱਥੇ ਇੱਕ ਇਹੋ ਜਿਹਾ B ਵੀ ਹੋਣਾ ਚਾਹੀਦਾ ਵੀ A ਤੇ B ਦਾ ਜੇ ਅਸੀਂ ਸਟਾਰ ਕਰੀਏ ਤਾਂ 1 ਆਵੇ ਤੇ B ਤੇ A ਦਾ ਸਟਾਰ ਵੀ 1 ਆਵੇ, ਆਇਡੈਂਟੀਟੀ ਐਲੀਮੈਂਟ ਆ ਗਿਆ। ਇਨਵਰਸ ਦੀ ਡੈਫੀਨੇਸ਼ਨ ਇਹ ਸੀ ਨਾ, ਦੋ ਨੰਬਰ ਇੱਕ ਦੂਜੇ ਦੇ, ਦੋ ਐਲੀਮੈਂਟਸ ਇੱਕ ਦੂਜੇ ਦੇ ਇਨਵਰਸ ਕਦੋਂ ਹੁੰਦੇ ਆ ਜਦੋਂ ਦੋਹਾਂ ਦੇ ਉੱਤੇ ਆਪਰੇਸ਼ਨ ਲਾਏ ਤੋਂ ਉਹਨਾਂ ਦਾ ਆਨਸਰ ਆਇਡੈਂਟੀਟੀ ਆ। ਠੀਕ ਹੈ ਨਾ। ਤਾਂ A ਸਟਾਰ B ਇਕੁਅਲਸ ਟੂ 1, ਇਹਦਾ ਮਤਲਬ LCM ਆਫ A B ਇਕੁਅਲਸ ਟੂ 1, ਆਨਸਰ 1। LCM ਕਦੋਂ ਆ ਸਕਦਾ ਜੇ ਦੋਨੇ ਹੀ 1 ਹੋਣ ਤਾਂ ਹੀ LCM 1 ਆ ਸਕਦਾ, ਅਦਰਵਾਈਜ਼ ਨਹੀਂ ਆ ਸਕਦਾ। ਤਾਂ A ਇਕੁਅਲਸ ਟੂ B ਇਕੁਅਲਸ ਟੂ 1 ਆ ਗਿਆ, ਦੋਵੇਂ 1 ਆ ਗਏ, A ਵੀ 1 ਆ ਗਿਆ। ਆ ਇੱਥੇ ਕਰ ਲਿਆ ਸੀ, ਚਲੋ ਵੈਸੇ ਜ਼ਰੂਰਤ ਨਹੀਂ ਸੀ ਇਹਦੀ, ਇਹਨੂੰ ਅਸੀਂ ਨਹੀਂ ਵੀ ਕਰਦੇ ਤਾਂ ਵੀ ਕੰਮ ਚੱਲ ਸਕਦਾ ਸੀ। ਠੀਕ ਹੈ। ਇਹਦੀ ਜਗ੍ਹਾ 'ਤੇ ਅਸੀਂ ਇਸ ਤਰ੍ਹਾਂ ਇਹਨੂੰ ਛੱਡ ਵੀ ਨਹੀਂ ਸਕਦੇ ਸੀ, ਕਿਉਂਕਿ ਇੱਥੇ ਲਿਖ ਦੇਣਾ ਸੀ ਇਹਨਾਂ ਦੋਵਾਂ ਦਾ ਆਨਸਰ ਸੇਮ ਹੀ ਆਊਗਾ, ਇਹਦਾ ਵੀ ਤੇ ਇਹਦਾ ਵੀ। ਕਿਉਂ ਆਊਗਾ? ਕਿਉਂਕਿ ਸਟਾਰ ਹੈ ਜਿਹੜਾ ਕੀ ਹੈ ਕਮਿਊਟੇਟਿਵ, ਸਟਾਰ ਇਜ਼ ਕਮਿਊਟੇਟਿਵ। ਠੀਕ ਹੈ। ਇਸ ਕਰਕੇ ਅਸੀਂ ਇੱਥੇ ਰੀਜ਼ਨ ਲਿਖ ਕੇ ਵੀ ਕੰਮ ਚਲਾ ਸਕਦੇ। ਤਾਂ A ਤੇ B ਦੋਵਾਂ ਦੀ ਵੈਲਿਊ ਆ ਗਈ 1, ਇਹਦਾ ਮਤਲਬ 1 ਇੱਕ ਇਹੋ ਜਿਹਾ ਐਲੀਮੈਂਟ ਹੈ ਜਿਹਦਾ ਇਨਵਰਸ ਫਾਈਂਡ ਕੀਤਾ ਜਾ ਸਕਦਾ, ਹੋਰ ਕਿਸੇ ਦਾ ਇਨਵਰਸ ਜਿਹੜਾ ਹੈਗਾ ਫਾਈਂਡ ਨਹੀਂ ਕੀਤਾ ਜਾ ਸਕਦਾ।
1 ਦਾ ਇਨਵਰਸ 1 ਹੀ ਹੁੰਦਾ ਹੈ। ਠੀਕ ਹੈ, ਸੋ ਇੱਥੇ ਹੀ ਇਹ ਸਵਾਲ ਕਰ ਲਵਾਂਗੇ। ਨੈਕਸਟ ਜਿਹੜਾ ਆਪਣਾ ਐਗਜ਼ਾਮਪਲ ਹੈ, ਐਗਜ਼ਾਮਪਲ 49, let S be set of all rational numbers except 1 and star binary operation are defined on S as A star B equals to A plus B minus A. For all ABC belongs to S, prove that star is a binary operation, star is commutative, star is associative। ਤਿੰਨ ਚੀਜ਼ਾਂ ਅਸੀਂ ਪ੍ਰੂਵ ਕਰਨੀਆਂ। ਤਾਂ ਬਾਈਨਰੀ ਆਪਰੇਸ਼ਨ ਵਾਸਤੇ ਤੁਹਾਨੂੰ ਪਤਾ ਹੈ ਵੀ ਕੀ ਕਰਨਾ ਹੁੰਦਾ ਹੈ, ਵੀ ਏ ਬੀ ਜੇ ਸਾਡੇ ਕੋਲ ਐਸ ਦੇ ਐਲੀਮੈਂਟ ਹੈ, ਏ ਬੀ ਤਾਂ ਅਸੀਂ ਐਸ ਦੇ ਐਲੀਮੈਂਟ ਲੈ ਕੇ ਚੱਲਾਂਗੇ। ਅਸੀਂ ਪ੍ਰੂਵ ਕਰਨਾ ਹੋਏਗਾ ਵੀ ਏ ਸਟਾਰ ਬੀ ਦਾ ਜੋ ਆ ਆਨਸਰ ਆ ਰਿਹਾ ਹੈ ਏ ਪਲੱਸ ਬੀ ਮਾਈਨਸ ਏ ਬੀ ਐਸ ਦਾ ਐਲੀਮੈਂਟ ਹੈ। ਜੇ ਅਸੀਂ ਇਹ ਪ੍ਰੂਵ ਕਰਨ 'ਚ ਸਫਲ ਹੋ ਗਏ ਤਾਂ ਸਟਾਰ ਇਜ਼ ਅ ਬਾਈਨਰੀ ਆਪਰੇਸ਼ਨ ਪ੍ਰੂਵ ਹੋ ਜਾਏ। ਤਾਂ ਪਹਿਲਾਂ ਤਾਂ ਐਸ ਸੈੱਟ ਨੂੰ ਸਮਝੋ। ਐਸ ਸੈੱਟ ਕੀ ਹੈ? ਸੈੱਟ ਆਫ ਆਲ ਰੈਸ਼ਨਲ ਨੰਬਰਸ ਐਕਸੈਪਟ 1। ਐਸ ਕੀ ਹੈ? ਸੈੱਟ ਆਫ ਆਲ ਰੈਸ਼ਨਲ ਨੰਬਰਸ ਐਕਸੈਪਟ 1, ਯਾਨੀ ਰੈਸ਼ਨਲ ਨੰਬਰਸ ਦਾ ਸੈੱਟ ਹੈ ਕਿਊ ਜਿਹਨੂੰ ਅਸੀਂ ਕਹਿੰਦੇ ਹਾਂ, ਪਰ ਉਹਦੇ 'ਚ 1 ਨਹੀਂ ਹੈਗਾ, 1 ਤੋਂ ਬਿਨਾਂ। ਠੀਕ ਹੈ, ਤਾਂ ਇਹ 'ਚ 1 ਨੂੰ ਛੱਡ ਕੇ ਬਾਕੀ ਸਾਰੇ ਰੈਸ਼ਨਲ ਨੰਬਰ ਆ ਜਾਣਗੇ। ਤਾਂ ਏ ਸਟਾਰ ਬੀ ਇਕੁਅਲ ਟੂ ਕੀ ਦਿੱਤਾ? ਏ ਪਲੱਸ ਬੀ ਮਾਈਨਸ ਏ ਬੀ ਫॉर ऑल ए बी बिलोंग्स टू एस। ਹੁਣ ਕਿਉਂਕਿ ए बी बिलोंग्स टू एस ਹੈ, ਇਹਦਾ ਮਤਲਬ ए ਤੇ b ਕੀ ਨੇ? ਰੈਸ਼ਨਲ ਨੰਬਰ ਨੇ। ਤੇ ਨਾਲ ਦੀ ਨਾਲ ਇੱਕ ਗੱਲ ਹੋਰ ਵੀ ਹੈ, a ਦੀ ਵੈਲਿਊ ਵੀ ਨਹੀਂ 1 ਹੋ ਸਕਦੀ, b ਦੀ ਵੈਲਿਊ ਵੀ ਨਹੀਂ 1 ਹੋ ਸਕਦੀ, ਕਿਉਂਕਿ s ਦੇ ਵਿੱਚ 1 ਤਾਂ ਹੈ ਹੀ ਨਹੀਂਗਾ। a b ਬਿਲੋਂਗਸ ਟੂ s। ਠੀਕ ਹੈ ਕਿ ਇਹਦਾ ਮਤਲਬ a b ਰੈਸ਼ਨਲ ਨੰਬਰ ਤਾਂ ਹੈਗਾ, ਪਰ ਉਹਦੀ ਵੈਲਿਊ 1 ਨਹੀਂ ਹੈਗੀ। ਨਾ ਤਾਂ a ਦੀ ਵੈਲਿਊ 1 ਹੈ, ਨਾ b ਦੀ ਵੈਲਿਊ। ਅਸੀਂ ਪ੍ਰੂਵ ਕਰਨਾ ਸਟਾਰ ਇਜ਼ ਅ ਬਾਈਨਰੀ ਆਪਰੇਸ਼ਨ। For this, we will need to prove that A B belongs to S ਹੋਵੇ ਤਾਂ A star B B belongs to S ਹੋਣਾ ਚਾਹੀਦਾ। ਇਹਨੂੰ ਪ੍ਰੂਵ ਕਰਨ ਲਈ ਕੀ ਕਰਨਾ ਪਏਗਾ? ਆਹ ਚੀਜ਼ ਪ੍ਰੂਵ ਕਰਨੀ ਪਊਗੀ ਵੀ ਆਹ ਜਿਹੜਾ ਹੈਗਾ A plus B minus AB ਇਹ ਰੈਸ਼ਨਲ ਨੰਬਰ ਹੈ, ਤੇ ਨਾਲ ਦੀ ਨਾਲ ਇਹ ਵੀ ਪ੍ਰੂਵ ਕਰਨਾ ਪਊਗਾ ਇਹ ਇਕੁਅਲਸ ਟੂ 1 ਨਹੀਂ ਹੈਗਾ। ਠੀਕ ਹੈ, ਇਹ ਇਕੁਅਲਸ ਟੂ 1 ਨਹੀਂ ਹੈਗਾ। ਜੇ 1 ਨਹੀਂ ਹੋਏਗਾ ਤਾਂ ਹੀ ਉਹ ਇਹਦਾ S ਦਾ ਐਲੀਮੈਂਟ ਹੋਏਗਾ। ਜੇ ਇਹਦੀ ਵੈਲਿਊ 1 ਹੋਊਗੀ ਤਾਂ ਫਿਰ ਇਸ ਦਾ ਐਲੀਮੈਂਟ ਨਹੀਂ ਰਹਿਣਾ, ਕਿਉਂਕਿ ਇਸ ਦੇ ਵਿੱਚ ਤਾਂ 1 ਹੈ ਨਹੀਂਗਾ। ਤਾਂ ਇਹ ਚੀਜ਼ ਅਸੀਂ ਪ੍ਰੂਵ ਕਰਨੀ। ਦੋ ਚੀਜ਼ਾਂ ਇਹ 'ਚ ਖਿਆਲ ਕਰਨੀਆਂ ਪੈਣਗੀਆਂ ਵੀ ਇੱਕ ਤਾਂ ਪ੍ਰੂਵ ਕਰਨਾ ਵੀ ਇਹ ਬਿਲੋਂਗਸ ਟੂ ਕਿਊ ਹੈ, ਯਾਨੀ ਰੈਸ਼ਨਲ ਨੰਬਰ ਹੈ, ਤੇ ਨਾਲ ਦੀ ਨਾਲ ਇਹ ਪ੍ਰੂਵ ਕਰਨਾ ਵੀ ਇਹ ਦਿਸ ਇਜ਼ ਨਾਟ ਇਕੁਅਲ ਟੂ 1। ਇਹ ਰੈਸ਼ਨਲ ਨੰਬਰ ਤਾਂ ਹੈਗਾ ਸਿੱਧਾ ਹੀ ਹੈ, ਕਿਉਂਕਿ ਏ ਬੀ ਦੋਨੇ ਰੈਸ਼ਨਲ ਨੰਬਰ ਨੇ। ਤਾਂ ਰੈਸ਼ਨਲ ਨੰਬਰਸ ਦਾ ਜੋੜ ਕਰੀਏ ਤਾਂ ਇੱਕ ਰੈਸ਼ਨਲ ਨੰਬਰ ਹੀ ਆਉਂਦਾ। ਰੈਸ਼ਨਲ ਨੰਬਰ ਕਿਹੜੇ ਹੁੰਦੇ ਭਲਾ ਯਾਦ ਹੋਣਾ ਤੁਹਾਨੂੰ? ਰੈਸ਼ਨਲ ਨੰਬਰ ਪੀ ਬਾਏ ਕਿਊ ਦੀ ਫਾਰਮ 'ਚ ਜਿਹੜੇ ਲਿਖੇ ਜਾ ਸਕਦੇ ਆ। ਕਿਊ ਇਜ਼ ਨਾਟ ਇਕੁਅਲ ਟੂ 0 ਹੁੰਦਾ। ਠੀਕ ਹੈ ਕਿ ਨਹੀਂ? ਤਾਂ ਪੀ ਬਟਾ ਕਿਊ ਜਾਂ ਵਟੇ ਵਾਲੇ ਜਿਹੜੇ ਨੰਬਰ ਆ, ਫਰੈਕਸ਼ਨਸ ਜਿਹਨੂੰ ਅਸੀਂ ਕਹਿੰਦੇ ਆ, ਉਹ ਸਾਰੇ ਹੀ ਡੈਸੀਮਲਸ ਜਿਹਨਾਂ ਨੂੰ ਆਪਾਂ ਕਹਿੰਦੇ ਆ, ਉਹ ਸਾਰੀਆਂ ਕੀ ਹੁੰਦੀਆਂ ਨੇ? ਨਾਨ ਰਿਪੀਟਿੰਗ। ਆਪਾਂ ਗੱਲ ਕਰੀ ਸੀ ਪਹਿਲਾਂ, ਬਹੁਤ ਡਿਟੇਲ 'ਚ ਇਹਦੇ ਬਾਰੇ ਗੱਲ ਕੀਤੀ ਹੋਈ ਹੈ। ਤਾਂ ਡਿਟੇਲ 'ਚ ਆਪਾਂ ਇਹਦੇ 'ਚ ਗੱਲ ਕੀਤੀ ਹੋਈ ਹੈ। ਤੇ ਅੱਗੇ ਹੁਣ ਆਪਾਂ ਚੱਲੀਏ ਵੀ ਇਹ ਰੈਸ਼ਨਲ ਨੰਬਰ ਹੈਗੇ ਆ। ਦੋ ਰੈਸ਼ਨਲ ਨੰਬਰ ਦਾ ਗੁਣਾ ਜਿਹੜਾ ਇੱਕ ਰੈਸ਼ਨਲ ਨੰਬਰ ਹੀ ਹੁੰਦਾ ਹੈ, ਤੇ ਦੋ ਰੈਸ਼ਨਲ ਨੰਬਰ ਦਾ ਸਮ ਵੀ ਰੈਸ਼ਨਲ ਨੰਬਰ ਹੁੰਦਾ ਹੈ, ਤੇ ਦੋ ਰੈਸ਼ਨਲ ਨੰਬਰ ਨੂੰ ਅਸੀਂ ਮਾਈਨਸ ਕਰੀਏ ਤਾਂ ਵੀ ਇੱਕ ਰੈਸ਼ਨਲ ਨੰਬਰ। ਤਾਂ ਇਹ ਤੇ ਵੀ ਕਿਉਂਕਿ ਰੈਸ਼ਨਲ ਨੰਬਰ ਨੇ, ਇਸ ਕਰਕੇ ਆਹ ਸਾਰੀ ਚੀਜ਼ ਹੈ ਜਿਹੜੀ ਇਹ ਕੀ ਹੈ? ਇਹ ਵੀ ਇੱਕ ਰੈਸ਼ਨਲ ਨੰਬਰ ਹੈ। ਹੁਣ ਅਸੀਂ ਪ੍ਰੂਵ ਕਰਨਾ ਕੀ ਰਹਿ ਗਿਆ? ਸਿਰਫ ਆਹ ਪ੍ਰੂਵ ਕਰਨਾ ਰਹਿ ਗਿਆ ਵੀ ਇਹਦੀ ਜਿਹੜੀ ਵੈਲਿਊ ਆ 1 ਨਹੀਂ ਹੈਗੀ। ਆਪਾਂ ਸ਼ੁਰੂ 'ਚ ਗੱਲ ਇੱਥੇ ਕੀਤੀ ਹੈ ਨਾ ਵੀ ਇਹ ਪ੍ਰੂਵ ਕਰਨਾ ਹੈ ਵੀ A ਸਟਾਰ B S ਦਾ ਐਲੀਮੈਂਟ ਆ, ਤਾਂ ਉਹਦੇ ਕੀ ਪ੍ਰੂਵ ਕਰਨਾ ਪਊਗਾ? ਇੱਕ ਤਾਂ ਇਹ ਪ੍ਰੂਵ ਕਰਨਾ ਪਊਗਾ ਵੀ ਰੈਸ਼ਨਲ ਹੈ। ਦੂਸਰੀ ਗੱਲ ਇਹ ਪ੍ਰੂਵ ਕਰਨੀ ਪਊਗੀ ਵੀ ਇਹਨਾਂ ਦੋਹਾਂ ਦਾ ਇਹ ਜਿਹੜਾ ਦੀ ਵੈਲਿਊ ਹੈ ਉਹ 1 ਦੇ ਇਕੁਅਲ ਨਹੀਂ ਹੈ। ਤਾਂ ਹੁਣ ਉਹ ਚੀਜ਼ ਤਾਂ ਪ੍ਰੂਵ ਕਰਤੀ ਵੀ ਰੈਸ਼ਨਲ ਨੰਬਰ ਹੈ, ਇਹ ਪ੍ਰੂਵ ਕਰਨਾ ਰਹਿ ਗਿਆ ਵੀ ਇਹਦੀ ਵੈਲਿਊ 1 ਨਹੀਂ ਹੈ। ਤਾਂ ਆਪਾਂ ਕੀ ਕਰਦੇ ਹਾਂ? ਲੈਟ ਇਫ ਪੋਸੀਬਲ, ਜੇ ਪੋਸੀਬਲ ਹੋਵੇ ਤਾਂ ਇਹਦੀ ਵੈਲਿਊ ਅਸੀਂ 1 ਲੈ ਲਈਏ। ਦੇਖਦੇ ਹਾਂ ਵੀ ਅਸੀਂ ਠੀਕ ਲਈਏ ਵੈਲਿਊ ਇਹ। ਜੇ 1 ਲੈ ਲਈ ਤੈਨੂੰ ਅਸੀਂ ਇੱਧਰ ਲੈ ਜਾਈਏ 1 ਨੂੰ, ਤਾਂ -1 ਹੋ ਜਾਏਗਾ, ਇੱਧਰ ਇਕੁਅਲ ਟੂ 0 ਰਹਿ ਜਾਏਗਾ। ਆ -1 ਨੂੰ A ਨਾਲ ਲਿਖ ਲਓ, ਇਹਨੂੰ ਅੱਡ ਲਿਖ ਲਓ। ਠੀਕ ਹੈ ਕਿ ਇੱਥੇ ਬਣ ਗਿਆ A -1 ਪਲੱਸ B -AB। ਇਹਦੇ 'ਚੋਂ 1 ਕਾਮਨ ਆ ਗਿਆ, A -1, ਇਹਦੇ 'ਚੋਂ B ਕਾਮਨ ਆ ਗਿਆ, ਤਾਂ 1 - A ਇਕੁਅਲ ਟੂ 0। ਹੁਣ ਆ A -1 ਹੈ, ਆ 1 - A ਹੈ, ਇਹਨੂੰ ਵੀ A -1 ਬਣਾ ਸਕਦੇ ਸੀ। ਕਿਵੇਂ? ਮਾਈਨਸ ਕਾਮਨ ਲੈ ਕੇ। ਮਾਈਨਸ ਕਾਮਨ ਲੈਣ ਨਾਲ ਸਾਈਨ ਚੇਂਜ ਹੋ ਜਾਣਗੇ, ਆ ਮਾਈਨਸ ਦਾ ਹੋ ਜਾਊਗਾ, ਪਲੱਸ ਦਾ ਹੋ ਜਾਊਗਾ।
ਤਾਂ ਮਾਈਨਸ ਕਾਮਨ ਲੈ ਲਿਆ, a ਮਾਈਨਸ 1 ਹੋ ਗਿਆ। ਹੁਣ a ਮਾਈਨਸ 1 ਕਾਮਨ ਆ ਜਾਊਗਾ, ਕਾਮਨ ਆ ਗਿਆ, ਇੱਥੇ ਕੀ ਬਚਿਆ 1 ਮਾਈਨਸ b ਇਕੁਅਲ ਟੂ 0। ਤਾਂ ਇਹਦਾ ਮਤਲਬ ਕੀ ਹੈ, ਜਾਂ ਤਾਂ a ਮਾਈਨਸ 1 ਇਕੁਅਲ ਟੂ 0 ਜਾਂ 1 ਮਾਈਨਸ b ਇਕੁਅਲ ਟੂ 0। ਤੇ ਜੇ a ਮਾਈਨਸ 1 ਇਕੁਅਲ ਟੂ 0 ਤੇ a ਦੀ ਵੈਲਿਊ 1 ਆ ਜਾਏਗੀ, ਤੇ ਜੇ 1 ਮਾਈਨਸ b ਦੀ ਵੈਲਿਊ 0 ਹੈ ਤਾਂ b ਦੀ ਵੈਲਿਊ 1 ਆ ਜਾਏਗੀ। ਇਹ ਦੋਨੇ ਹੀ ਪੋਸੀਬਲ ਨਹੀਂ ਹੈਗੇ, ਕਿਉਂਕਿ a ਤੇ b ਕੀ ਸੀਗੇ, s ਦੇ ਐਲੀਮੈਂਟ ਸੀਗੇ। ਇਹਦਾ ਮਤਲਬ ਉਹਨਾਂ ਦੀ ਜਿਹੜੀ ਵੈਲਿਊ ਹੈ 1 ਨਹੀਂ ਹੋ ਸਕਦੀ ਸੀ। ਤਾਂ ਇਹਦਾ ਮਤਲਬ ਕੀ ਹੋਇਆ, ਜਿਹੜਾ ਅਸੀਂ ਉੱਤੇ ਅਜ਼ਿਊਮ ਕੀਤਾ ਸੀ, ਜਿਹੜਾ ਮੰਨਿਆ ਸੀ ਉੱਤੇ, ਉਹ ਗਲਤ ਮੰਨਿਆ ਸੀਗਾ। ਠੀਕ ਹੈ ਨਾ। ਇਹਦਾ ਮਤਲਬ a plus b minus ab equals to 1 is not possible, ਇਹ ਪੋਸੀਬਲ ਨਹੀਂ ਹੈ। ਤਾਂ ਇਹਦਾ ਮਤਲਬ a plus b minus ab equals to ਕਾਹਦੇ ਹੈ, not equal to 1 ਹੈ। ਤੇ ਜੇ not equal to 1 ਹੈ ਤਾਂ ਇਹਦਾ ਮਤਲਬ a star b ਕੀ ਹੈ, belongs to s ਹੈ, for all a b belongs to s, therefore star is a binary equation। ਸੋ ਸਿੰਪਲ ਸੀ, ਕੋਈ ਜ਼ਿਆਦਾ ਮੁਸ਼ਕਲ ਨਹੀਂ ਸੀ। ਥੋੜੀ ਜਿਹੀ ਜੇ ਕਨਸੈਂਟਰੇਸ਼ਨ ਨਾਲ ਅਸੀਂ ਗੱਲ ਨੂੰ ਸਮਝਿਆ ਹੋਏਗਾ ਤਾਂ ਬਿਲਕੁਲ ਤੁਹਾਡੇ ਇਹ ਗੱਲ ਸਮਝ ਆ ਗਈ। ਨੈਕਸਟ ਹੈ, ਅਸੀਂ ਪ੍ਰੂਵ ਕਰਨਾ ਸੀ ਵੀ ਕੋਮੋਟੇਟਿਵ ਹੈ, ਤਾਂ ਅਸੀਂ a ਸਟਾਰ b ਦੀ ਵੈਲਿਊ ਲਿਖਦੇ ਹਾਂ। ਕੀ ਸੀਗੀ, a ਪਲੱਸ b ਮਾਈਨਸ a। ਹੁਣ ਦੋ ਰੈਸ਼ਨਲ ਨੰਬਰਸ ਦਾ ਪਲੱਸ ਕੋਮੋਟੇਟਿਵ ਹੁੰਦਾ, ਜੇ a ਪਲੱਸ b ਹੈ ਤਾਂ ਉਹੀ ਵੈਲਿਊ b ਪਲੱਸ a ਦੀ ਹੋਏਗੀ, ਤੇ ਅਸੀਂ b ਪਲੱਸ a ਲਿਖ ਸਕਦੇ ਹਾਂ। ਇਸੇ ਤਰ੍ਹਾਂ a ਤੇ b ਦਾ ਮਲਟੀਪਲੀਕੇਸ਼ਨ ਕਰੀਏ ਜਾਂ b ਤੇ a ਦਾ ਮਲਟੀਪਲੀਕੇਸ਼ਨ ਕਰੀਏ, ਕੋਈ ਫਰਕ ਨਹੀਂ, ਇੱਕੋ ਹੀ ਵੈਲਿਊ ਆਏਗੀ ਦੋਵਾਂ ਦੀ। ਤਾਂ ਅਸੀਂ ਇਹਨਾਂ ਨੂੰ ਉਲਟ ਕੇ ਲਿਖ ਲਿਆ। ਉਲਟ ਕੇ ਲਿਖਿਆ ਤਾਂ ਇਹਦਾ ਮਤਲਬ ਇਹ ਹੁਣ ਕਾਹਦੀ ਵੈਲਿਊ ਆ ਗਈ, b ਸਟਾਰ a ਦੀ ਵੈਲਿਊ। ਤਾਂ a ਸਟਾਰ b ਕਾਹਦੇ ਇਕੁਅਲ ਆ ਗਿਆ, b ਸਟਾਰ a ਦੀ। ਤਾਂ ਇਹਦਾ ਮਤਲਬ ਕੀ ਹੋਇਆ, ਸਟਾਰ ਇਜ਼ ਕੰਪਲੀਟ। ਹੁਣ ਅਸੀਂ ਐਸੋਸੀਏਟਿਵ ਪ੍ਰੂਵ ਕਰਨਾ ਹੈ। ਐਸੋਸੀਏਟਿਵਿਟੀ ਕਿਵੇਂ ਪ੍ਰੂਵ ਕਰਦੇ ਹੁੰਦੇ ਆ, a ਸਟਾਰ b ਸਟਾਰ c ਕਰਾਂਗੇ ਤੇ a ਸਟਾਰ b ਸਟਾਰ c ਕਰਾਂਗੇ। ਪਹਿਲਾਂ a ਸਟਾਰ b ਕਰੋ, a ਸਟਾਰ b ਦੀ ਵੈਲਿਊ ਕੀ ਹੁੰਦੀ ਹੈ, a ਪਲੱਸ b ਮਾਈਨਸ a b ਸਟਾਰ c ਹੋ ਜਾਏਗਾ। ਹੁਣ ਆ ਇੱਕ ਐਲੀਮੈਂਟ ਹੈ, ਇੱਕ ਆ ਐਲੀਮੈਂਟ ਹੈ। ਹੁਣ ਇਹਨਾਂ ਨੂੰ ਗਾਹਾਂ ਫੇਰ ਸਟਾਰ ਪਾਉਣਾ ਸੀ, ਦੋਹਾਂ ਦਾ ਕਰਨਾ ਸਟਾਰ। ਤਾਂ ਕਿਵੇਂ ਹੋਏਗਾ, a ਆ ਤੁਹਾਡਾ b ਹੈ, ਤੇ ਹੋ ਜਾਊਗਾ a ਪਲੱਸ b ਮਾਈਨਸ a ਇੰਟੂ b। ਆਹੀ ਸੀ ਨਾ, a ਸਟਾਰ b ਦੀ ਵੈਲਿਊ ਕੀ ਸੀ, a ਪਲੱਸ b ਮਾਈਨਸ a b। ਤਾਂ ਤੁਹਾਡਾ a ਹੁਣ ਇੱਥੋਂ ਲੈ ਕੇ ਇੱਥੇ ਤੱਕ a ਆ ਹੋ ਗਿਆ ਪਲੱਸ b ਆ ਮਾਈਨਸ a ਗੁਣਾ b ਹੋ ਗਿਆ। ਤਾਂ ਇਹਨਾਂ ਨੂੰ ਆ ਜਿਹੜਾ ਮਲਟੀਪਲਾਈ ਹੈ, ਇਹਨੂੰ ਬ੍ਰੈਕਟ ਨੂੰ ਖੋਲ ਦਿਓ, ਆ ਸਾਰਾ ਆਨਸਰ ਆ ਗਿਆ। ਹੁਣ ਅਸੀਂ a ਸਟਾਰ b ਸਟਾਰ c ਕਰਨਾ, ਤਾਂ ਪਹਿਲਾਂ b ਸਟਾਰ c ਕਰੀਏ। ਇਹਦੀ ਵੈਲਿਊ ਆ ਜੂਗੀ b ਪਲੱਸ c ਮਾਈਨਸ b c। ਹੁਣ a ਸਟਾਰ b ਪਲੱਸ c ਮਾਈਨਸ b c ਦੀ ਵੈਲਿਊ ਕਿੱਦਾਂ ਫਾਈਂਡ ਕਰਾਂਗੇ, ਆ ਤੁਹਾਡਾ ਹੁਣ a ਬਣ ਗਿਆ, ਆ b ਬਣ ਗਿਆ। a ਪਲੱਸ b ਮਾਈਨਸ ਇਹਨਾਂ ਦੋਹਾਂ ਦਾ ਗੁਣਾ, ਯਾਨੀ ਇਹਦਾ ਤੇ ਇਹਦਾ ਜੋੜ ਮਾਈਨਸ ਇਹਦਾ ਤੇ ਇਹਦਾ ਗੁਣਾ। ਆਹੀ ਕਰਨਾ ਸੀਗਾ। ਬ੍ਰੈਕਟਸ ਓਪਨ ਕਰਤੇ, ਬ੍ਰੈਕਟਸ ਓਪਨ ਕਰਕੇ ਤੁਸੀਂ ਚੈੱਕ ਕਰੋ, ਹੁਣ ਆਹੀ ਵੈਲਿਊ ਦੁਬਾਰਾ ਫੇਰ ਆ। ਇਹਦਾ ਮਤਲਬ ਕੀ ਹੈ, a ਸਟਾਰ b ਸਟਾਰ c ਇਕੁਅਲ ਟੂ a ਸਟਾਰ b ਸਟਾਰ c। ਇਹਦਾ ਮਤਲਬ ਸਟਾਰ ਇਜ਼ ਐਸੋਸੀਏਟਿਵ। ਸੋ ਸਿੰਪਲ ਕੁਐਸਚਨ ਸੀਗਾ, ਇਹਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ।